क्या सारे पॉइंट्स कवर समझ आ रहे हैं कि नहीं? यस सर। ठीक है। Yes. द टेबल बिलो शोज द एस्टिमेटेड लिटरेसी रेट बाय रीजन एंड जेंडर। सो टोटल परसेंटेज ਦਿੱਤੀ ਹੋਈ ਹੈ ਇੱਥੇ, ਵਰਲਡ ਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ 82% ਹੈ। ਫਰਦਰ ਡਿਵਾਈਡਡ ਹੈ ਮੈਨ 87% ਤੇ ਵੂਮਨ 77%। ਉਸ ਤੋਂ ਇਲਾਵਾ ਅਫਰੀਕਾ, ਅਮਰੀਕਾ, ਏਸ਼ੀਆ, ਯੂਰਪ ਤੇ ਓਸ਼ੀਆਨਾ। ਸੋ ਇਹ 5 ਕੰਟੀਨੈਂਟਸ ਹੈ ਜਿਨ੍ਹਾਂ ਦੀ ਫਰਦਰ ਡਿਫਰੈਂਸ਼ੀਏਟ ਕੀਤਾ ਹੈ ਕਿ ਕਿੰਨੇ ਪਰਸੈਂਟ ਕਿੱਥੇ ਮੈਨ ਤੇ ਵੂਮਨ ਦੇ ਵਿੱਚ ਇਨਕਲੂਡਿੰਗ ਕਿ ਕਿੰਨੀ ਪਰਸੈਂਟੇਜ ਲਿਟਰੇਸੀ ਰੇਟ ਹੈਗੀ ਹੈ ਕਿੱਥੇ। ਤੇ ਆਪਾਂ ਦੇਖ ਸਕਦੇ ਹਾਂ ਯੂਰਪ ਦੇ ਵਿੱਚ ਹਾਈਐਸਟ ਲਿਟਰੇਸੀ ਰੇਟ ਹੈ 99%। ਤੇ ਜੇ ਆਪਾਂ ਮੈਨ ਤੇ ਵੂਮਨ ਦੀ ਗੱਲ ਕਰੀਏ ਉਹਦੇ ਵਿੱਚ ਵੀ ਹਾਈਐਸਟ ਲਿਟਰੇਸੀ ਰੇਟ ਹੈ ਜਿਹੜਾ ਉਹ ਯੂਰਪ ਦੇ ਵਿੱਚ ਹੀ ਹੈ 99.5% ਜਿਹੜੇ ਆਲਮੋਸਟ ਸਾਰੇ ਹੀ ਲਿਟਰੇਟ ਹੈ ਯੂਰਪ ਦੇ ਵਿੱਚ, ਤੇ ਵੂਮਨ ਵੀ 98.5 ਵਿਚ ਇਜ਼ ਵੈਰੀ ਹਾਈ ਲਿਟਰੇਸੀ ਰੇਟ। ਲੋਐਸਟ ਲਿਟਰੇਸੀ ਰੇਟ ਜੇ ਆਪਾਂ ਦੇਖੀਏ ਤਾਂ ਉਹ ਸਾਨੂੰ ਮਿਲੇਗਾ ਅਫਰੀਕਾ ਦੇ ਵਿੱਚ। ਸੋ ਇੱਥੇ ਲਿਟਰੇਸੀ ਰੇਟ ਜਿਹੜਾ ਹੈਗਾ 62% ਹੈ ਓਵਰਆਲ ਟੋਟਲ, ਵਿਦ 71% ਮੈਨ ਤੇ 54% ਵੂਮਨ। ਜਦੋਂ ਵੀ ਆਪਾਂ ਟੇਬਲ ਨੂੰ ਸੋਲਵ ਕਰਨਾ ਹੈ ਜਾਂ ਕਿਸੇ ਵੀ ਕੁਐਸਚਨ ਨੂੰ ਟਾਸਕ 1 ਨੂੰ ਸੋਲਵ ਕਰੀਦਾ ਹੈ, ਆਪਾਂ ਇੱਕ ਚੀਜ਼ ਦਾ ਜੋ ਖਾਸ ਧਿਆਨ ਰੱਖੀਦਾ ਉਹ ਇਹ ਹੈ ਕਿ ਇਹਨਾਂ ਦੇ ਵਿੱਚ ਕੀ ਕੋਈ ਸੈੱਟ ਪੈਟਰਨਸ ਹੈਗੇ ਜਿਹਨੂੰ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ। ਸੈੱਟ ਪੈਟਰਨਸ ਦਾ ਮਤਲਬ ਕੀ ਹੋਇਆ ਇਸ ਕੇਸ ਦੇ ਵਿੱਚ? ਅੱਛਾ, ਜੇ ਮੈਂ ਤੁਹਾਨੂੰ ਇਹ 'ਚੋਂ ਕੁਝ ਆਊਟਪੁੱਟ ਪੁੱਛਾਂ ਕਿ ਤੁਸੀਂ ਇਹਦੇ ਵਿੱਚ ਕੀ ਦੱਸਣਾ ਚਾਹੋਗੇ, ਕੀ ਦੱਸੋਗੇ? ਜਿੱਦਾਂ ਕਿ ਇੱਕ ਤਾਂ ਮੈਂ ਹੁਣੇ ਦੱਸਿਆ ਕਿ ਇਹਦੇ ਵਿੱਚ ਯੂਰਪ ਦੇ ਵਿੱਚ ਹਾਈਐਸਟ ਲਿਟਰੇਸੀ ਰੇਟ ਹੈ ਤੇ ਅਫਰੀਕਾ ਦੇ ਵਿੱਚ ਲੋਐਸਟ ਲਿਟਰੇਸੀ ਰੇਟ ਹੈ। ਸੋ ਆਪਾਂ ਇਹਨਾਂ ਦੋਨੋਂ ਚੀਜ਼ਾਂ ਨੂੰ ਹਾਈਐਸਟ ਤੇ ਲੋਐਸਟ ਨੂੰ ਹਾਈਲਾਈਟ ਕੀਤਾ। ਹੋਰ ਕਿਹੜੀਆਂ ਚੀਜ਼ਾਂ ਇੱਥੇ ਆਪਾਂ ਹਾਈਲਾਈਟ ਕਰ ਸਕਦੇ ਹਾਂ? सर जैसे ये अमेरिका और ओशियनिया है ये वाली, तो ये दोनों मतलब ऑलमोस्ट सेम है इनका लिटरेसी रेट। ਓਕੇ, ਸੋ ਇਹਨਾਂ ਦੋਨਾਂ ਦਾ ਓਸ਼ੀਆਨਾ ਐਂਡ ਅਮਰੀਕਾ ਦੇ ਆਲਮੋਸਟ ਹੈਵ ਸੇਮ ਲਿਟਰੇਸੀ ਰੇਟ, ਮਤਲਬ ਆਲਮੋਸਟ ਸੇਮ ਹੀ ਹੈ। ਠੀਕ ਹੈ, ਦਿਸ ਇਜ਼ ਗੁੱਡ। ਇੱਕ ਇਹ ਆਪਾਂ ਪੋਰਸ਼ਨ ਹਾਈਲਾਈਟ ਕਰ ਸਕਦੇ ਹਾਂ। ਹੋਰ ਡਿਵਲਿਨ ਤੁਸੀਂ ਦੱਸੋ। ਏਸ਼ੀਆ ਦਾ ਬੋਲ ਸਕਦੇ ਹਾਂ ਕਿ ਉਹਦੇ 'ਚ ਸਲਾਈਟ ਮਤਲਬ ਡਿਫਰੈਂਸ ਹੈ ਮੈਨ ਤੇ ਵੂਮਨ ਦੇ ਲਿਟਰੇਸੀ ਰੇਟ ਦੇ ਵਿੱਚ। ਓਕੇ, ਥੋੜਾ ਡਿਫਰੈਂਸ ਹੈ ਜਾਂ ਜ਼ਿਆਦਾ ਹੈ? ਜ਼ਿਆਦਾ ਹੈ, ਸਲਾਈਟ ਨਹੀਂ ਜ਼ਿਆਦਾ ਹੈ। ਹਾਂ, ਸਲਾਈਟ ਨਹੀਂ ਹੈ, ਜ਼ਿਆਦਾ ਹੈ। ਵੈਰੀ ਗੁੱਡ। ਸੋ ਇੱਕ ਪੋਰਸ਼ਨ ਜੋ ਆਪਾਂ ਹਾਈਲਾਈਟ ਕਰਨਾ ਚਾਹੀਦਾ ਸਾਨੂੰ ਉਹ ਹੈ ਜਿਵੇਂ ਕਿ ਜੇ ਆਪਾਂ ਓਸ਼ੀਆਨਾ ਦੇ ਵਿੱਚ ਗੱਲ ਕਰੀਏ 94, 93, ਅਮਰੀਕਾ ਦੇ ਵਿੱਚ ਗੱਲ ਕਰੀਏ 94, ਆਲਮੋਸਟ 93 ਹੋ ਗਿਆ, ਜਾਂ ਫਿਰ ਆਪਾਂ ਯੂਰਪ ਦੇ ਵਿੱਚ ਗੱਲ ਕਰੀਏ 98, 99। ਸੋ ਹਾਰਡਲੀ 1-2% ਦਾ ਡਿਫਰੈਂਸ ਹੈ, 1-1.5% ਤੱਕ ਦਾ ਡਿਫਰੈਂਸ ਹੋ ਜਾਏਗਾ। ਅਤੇ ਇਹ ਕੰਟਰੀਜ਼ ਹੈ ਇੱਥੇ ਮੇਲ ਅਤੇ ਫੀਮੇਲ ਦੇ ਲਿਟਰੇਸੀ ਦੇ ਵਿੱਚ ਲਿਟਰੇਸੀ ਰੇਟਸ ਦੇ ਵਿੱਚ ਕੋਈ ਖਾਸ ਜ਼ਿਆਦਾ ਗੈਪ ਦੇਖਣ ਨੂੰ ਨਹੀਂ ਮਿਲ ਰਿਹਾ। ਬਟ ਜੇ ਆਪਾਂ ਗੱਲ ਕਰੀਏ ਅਫਰੀਕਾ ਦੇ ਵਿੱਚ, ਠੀਕ ਹੈ, ਅਤੇ ਏਸ਼ੀਆ ਦੇ ਵਿੱਚ, ਜੇ ਆਪਾਂ ਇਹਨਾਂ ਦੋਨੋਂ ਕੰਟਰੀਜ਼ ਦੀ ਗੱਲ ਕਰੀਏ ਤਾਂ ਇੱਥੇ 71%, ਇੱਥੇ 54%, ਇੱਥੇ 86%, ਇੱਥੇ 72%। ਇਹਦੇ ਵਿੱਚ ਜਿਹੜਾ ਲਿਟਰੇਸੀ ਰੇਟ ਦਾ ਜਿਹੜਾ ਗੈਪ ਹੈ, ਸੋ ਇਹ ਦੋ ਕੰਟੀਨੈਂਟਸ ਵਿੱਚ ਜਿਹੜਾ ਗੈਪ ਹੈ ਲਿਟਰੇਸੀ ਰੇਟ ਦੇ ਵਿੱਚ, ਇਹ ਬਹੁਤ ਜ਼ਿਆਦਾ ਹੈ। ਵੈਰੀ ਗੁੱਡ। ਇਹ ਆਪਾਂ ਨੂੰ ਦੇਖਣ ਨੂੰ ਮਿਲਿਆ, ਇਹਨੂੰ ਵੀ ਸਾਨੂੰ ਹਾਈਲਾਈਟ ਕਰਨਾ ਚਾਹੀਦਾ ਹੈ। सर एक चीज और बोल सकते हैं? क्या बताइए? अमेरिका और ऑस्ट्रेलिया है, उसमें सर मैन का लिटरेसी रेट सेम ही है मैन। हाँ, वो तो हम डेफिनेटली बता देंगे, आप दसांगे क्योंकि 92.5 है, 93 है, 94, 94 ऑलमोस्ट सेम है। कि आप इदा कह सकते हैं कि आप इदा कह सकते हैं, देखो कि ਜਿਹੜਾ ਸੋ ਮੈਨ ਦਾ ਜਿਹੜਾ ਲਿਟਰੇਸੀ ਰੇਟ ਹੈ, ਸੋ 87 ਜਾਂ ਦੇਖੀਏ 71 ਦੇਖੀਏ ਜਾਂ 94 ਦੇਖੀਏ ਜਾਂ 86 ਦੇਖੀਏ 99 ਦੇਖੀਏ 94, ਇਹ ਹਮੇਸ਼ਾ ਜ਼ਿਆਦਾ ਰਿਹਾ ਐਜ਼ ਕੰਪੇਅਰ ਟੂ ਵੂਮਨ ਅਕ੍ਰੋਸ ਕੰਟੀਨੈਂਟਸ। ਸੋ ਆਪਾਂ ਨੂੰ ਇੱਥੇ ਕੋਈ ਡਿਵੀਏਸ਼ਨ ਨਹੀਂ ਮਿਲਿਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੰਟੀਨੈਂਟ ਨਹੀਂ ਹੈਗਾ। ਸੋ ਸਾਨੂੰ ਇੱਕ ਪੈਟਰਨ ਸਮਝ ਆ ਰਿਹਾ ਕਿ ਕੋਈ ਵੀ ਇੱਦਾਂ ਦਾ ਕੰਟੀਨੈਂਟ ਨਹੀਂ ਹੈਗਾ ਜਿੱਥੇ ਵੂਮਨ ਲਿਟਰੇਸੀ ਰੇਟ ਜ਼ਿਆਦਾ ਹੋਵੇ ਮੈਨ ਨਾਲੋਂ। ਸੋ ਆਪਾਂ ਨੂੰ ਬਹੁਤ ਸਾਰੇ ਪੁਆਇੰਟਸ ਮਿਲ ਰਹੇ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਹੁਣ ਇੱਥੇ ਦੇਖੀਏ ਕਿ ਮੈਨ ਜਿਹੜਾ ਲਿਟਰੇਸੀ ਰੇਟ ਸੀਗਾ, ਠੀਕ ਹੈ, ਲਿਟਰੇਸੀ ਰੇਟ ਉਹ ਜ਼ਿਆਦਾ ਸੀਗਾ ਹਮੇਸ਼ਾ, ਜਾਂ ਜ਼ਿਆਦਾ ਹੈ, ਸੌਰੀ ਪ੍ਰੈਜ਼ੈਂਸ ਲਿਖਾਂਗੇ, ਜ਼ਿਆਦਾ ਹੈ ਕਿਹਦੇ ਨਾਲੋਂ?
ਵੂਮਨ ਲਿਟਰੇਸੀ ਰੇਟ ਅਕ੍ਰੋਸ ਆਲ ਕੰਟੀਨੈਂਟਸ। ਹੋਰ ਆਪਾਂ ਕਿਹੜੇ ਪੁਆਇੰਟਸ ਦੱਸ ਸਕਦੇ ਹਾਂ ਕਿ ਲੋਐਸਟ ਲਿਟਰੇਸੀ ਰੇਟ ਕਿੱਥੇ ਸੀਗਾ? ਅਫਰੀਕਾ। ਹੋਰ ਆਪਾਂ ਕੀ ਦੱਸ ਸਕਦੇ ਹਾਂ? ਹਾਈਐਸਟ ਲਿਟਰੇਸੀ ਰੇਟ ਕਿੱਥੇ ਸੀਗਾ? ਕਿੱਥੇ ਹੈ? ਯੂਰਪ। ਹੋਰ ਕਿਹੜੇ ਪੁਆਇੰਟਸ ਆ ਜਿਹੜੇ ਹਾਈਲਾਈਟ ਹੋ ਰਹੇ ਆ? ਇੱਦਾਂ ਕੋਈ ਵੀ ਕੰਟਰੀ ਨਹੀਂ ਹੈਗੀ ਜਿੱਥੇ ਵੂਮਨ ਦਾ ਲਿਟਰੇਸੀ ਰੇਟ ਜ਼ਿਆਦਾ ਹੋਵੇ ਮੈਨ ਨਾਲੋਂ, ਇੱਦਾਂ ਕੁਛ ਨਹੀਂ ਹੈ। ਸੋ ਇਹ ਫਸਟ ਪੁਆਇੰਟ ਕੰਸੀਡਰ ਹੋ ਜਾਏਗਾ। ਸੋ ਉਸ ਤੋਂ ਇਲਾਵਾ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਈਐਸਟ ਹੋ ਗਿਆ, ਲੋਐਸਟ ਹੋ ਗਿਆ। ਸੋ ਅਮਰੀਕਾ ਤੇ ਓਸ਼ਨ, ਅੱਛਾ ਇਹ ਜਿਹੜੇ 3 ਕੰਟੀਨੈਂਟਸ ਹੈ, ਅਮਰੀਕਾ, ਯੂਰਪ ਤੇ ਓਸ਼ੀਆਨਾ, ਇਹ ਤਿੰਨਾਂ ਦੇ ਵਿੱਚ ਵਰਲਡ ਐਵਰੇਜ ਲਿਟਰੇਸੀ ਰੇਟ ਹੈ ਜਿਹੜਾ ਉਹ ਤੋਂ ਜ਼ਿਆਦਾ ਹੈ। ਬਟ ਜਿਹੜਾ ਅਫਰੀਕਾ ਹੈ, ਦੂਸਰਾ ਕਿਹੜਾ ਹੈ ਏਸ਼ੀਆ, ਇਹਦਾ ਜਿਹੜਾ ਲਿਟਰੇਸੀ ਰੇਟ ਹੈ ਇਹ ਵਰਲਡ ਐਵਰੇਜ ਤੋਂ ਘੱਟ ਹੈ, ਕਿਉਂਕਿ ਵਰਲਡ ਐਵਰੇਜ 82 ਹੈ ਤੇ ਆਪਾਂ ਅਕ੍ਰੋਸ ਮੈਨ ਤੇ ਵੂਮਨ ਦੀ ਵੀ ਗੱਲ ਕਰੀਏ। ਸੋ ਜਿਹੜਾ ਅਫਰੀਕਾ ਹੈ ਤੇ ਏਸ਼ੀਆ ਹੈ, ਸੋ ਇਹਦਾ ਘੱਟ ਹੈ। ਬਟ ਬਾਕੀ ਕੰਟੀਨੈਂਟਸ ਜਿਹੜੇ 5 ਕੰਟੀਨੈਂਟਸ ਹੈ ਇਹਦਾ ਵਰਲਡ ਤੋਂ ਜ਼ਿਆਦਾ ਹੈ। ਇਹ ਪੁਆਇੰਟ ਸਮਝ ਆ ਰਿਹਾ ਹੈ ਕਿ ਨਹੀਂ? ਯੈਸ ਸਰ, ਕਲੀਅਰ ਹੈ। ਇਸ ਤੋਂ ਇਲਾਵਾ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਜਿਹੜਾ ਕਿ ਪੁਆਇੰਟ ਤੁਸੀਂ ਪਹਿਲਾਂ ਦੱਸਿਆ ਸੀ, ਅਮਰੀਕਨਸ ਤੇ ਇਹਦਾ ਲਿਟਰੇਸੀ ਰੇਟ ਆਲਮੋਸਟ all ਜਿਹੜੇ ਓਸ਼ੀਅਨ ਹੈ, ਓਸ਼ੀਅਨ ਦੇ ਵਿੱਚ ਬੇਸਿਕਲੀ ਕਾਫੀ ਸਾਰੇ ਕੰਟੀਨੈਂਟਸ, ਕਾਫੀ ਸਾਰੇ ਕੰਟਰੀਜ਼ ਆ ਜਾਂਦੀਆਂ, ਜਿਵੇਂ ਕਿ ਆਈ ਥਿੰਕ ਇਹਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਪੋਲੀਨੇਸ਼ੀਆ, ਮਾਈਕਰੋਨੇਸ਼ੀਆ, ਹੋਰ ਛੋਟੇ ਛੋਟੇ ਬਹੁਤ ਸਾਰੇ ਆਈਲੈਂਡਸ ਹੈਗੇ ਉੱਥੇ, ਇਹ ਸਾਰੇ ਉਹਦੇ 'ਚ ਆ ਜਾਂਦੇ ਆ। ਅਤੇ ਸੋ ਅਮਰੀਕਾ ਅਤੇ ਓਸ਼ੀਆਨਾ, ਇਹ ਦੋਨਾਂ ਦੇ ਵਿੱਚ ਜਿਹੜਾ ਲਿਟਰੇਸੀ ਰੇਟ ਹੈ ਇਹ ਆਲਮੋਸਟ ਕੀ ਹੈ? ਸੇਮ। ਹੁਣ ਇੱਥੇ ਆਪਾਂ ਇੱਕ ਹੋਰ ਚੀਜ਼ ਡਿਫਾਈਨ ਕਰਾਂਗੇ ਕਿ ਅਮਰੀਕਾ, ਯੂਰਪ ਤੇ ਓਸ਼ੀਆਨਾ ਦੇ ਵਿੱਚ ਜਿਹੜੇ ਮੇਲ ਤੇ ਫੀਮੇਲ ਦੇ ਵਿੱਚ ਜਿਹੜਾ ਲਿਟਰੇਸੀ ਰੇਟ ਦਾ ਗੈਪ ਹੈ ਉਹ ਘੱਟ ਹੈ। ਠੀਕ ਹੈ, ਇੱਥੇ ਦੋਨਾਂ ਦੇ ਜੈਂਡਰਸ ਦੇ ਵਿੱਚ ਜਿਹੜਾ ਗੈਪ ਹੈ ਲਿਟਰੇਸੀ ਰੇਟ ਦਾ ਉਹ ਘੱਟ ਹੈ, ਕਿਉਂਕਿ ਇੱਥੇ ਵੀ ਬਹੁਤ ਘੱਟ ਹੈ, ਇੱਥੇ ਵੀ ਬਹੁਤ ਘੱਟ ਹੈ, ਇੱਥੇ ਵੀ ਘੱਟ ਹੈ। ਬਟ ਜਿਹੜਾ ਏਸ਼ੀਆ ਹੈ ਤੇ ਅਫਰੀਕਾ ਹੈ, ਇਹਦੇ ਵਿੱਚ ਜਿਹੜਾ ਲਿਟਰੇਸੀ ਰੇਟ ਹੈ ਮੇਲ ਤੇ ਫੀਮੇਲ ਦੇ ਵਿੱਚ, ਇਹਦੇ ਵਿੱਚ ਗੈਪ ਜ਼ਿਆਦਾ ਹੈ। ਠੀਕ ਹੈ, ਇਹਦੇ ਵਿੱਚ ਜਿਹੜਾ ਗੈਪ ਹੈ ਉਹ ਲੈਸ ਹੈ, ਬਟ ਇਹਦੇ ਵਿੱਚ ਜਿਹੜਾ ਗੈਪ ਹੈ ਉਹ ਜ਼ਿਆਦਾ ਹੈ ਲਿਟਰੇਸੀ ਰੇਟ ਦੇ ਵਿੱਚ ਮੇਲ ਤੇ ਫੀਮੇਲ। ਕੀ ਇਹ ਸਾਰੇ ਪੁਆਇੰਟਸ ਕਵਰ ਸਮਝ ਆ ਰਹੇ ਕਿ ਨਹੀਂ? ਯੈਸ ਸਰ। ਠੀਕ ਹੈ, ਇੱਕ ਤਾਂ ਮੇਲ ਲਿਟਰੇਸੀ ਰੇਟ ਹਮੇਸ਼ਾ ਅਕ੍ਰੋਸ ਆਲ ਕੰਟੀਨੈਂਟਸ ਵਿੱਚ ਵੂਮਨ ਨਾਲੋਂ ਜ਼ਿਆਦਾ ਹੈ। ਠੀਕ ਹੈ, ਮੈਨ ਦਾ ਲਿਟਰੇਸੀ ਰੇਟ ਵੂਮਨ ਨਾਲੋਂ ਜ਼ਿਆਦਾ ਹੈ। ਹਾਈਐਸਟ ਕਿੱਥੇ ਹੈ? ਯੂਰਪ ਦੇ ਵਿੱਚ ਲਿਟਰੇਸੀ ਰੇਟ ਸਾਰਿਆਂ ਦੇ ਵਿੱਚ, ਅਤੇ ਲੋਐਸਟ ਕਿੱਥੇ ਹੈ? ਅਫਰੀਕਾ ਦੇ ਵਿੱਚ। ਇਹ ਵੀ ਪੁਆਇੰਟ ਹੋ ਗਿਆ। ਉਸ ਤੋਂ ਬਾਅਦ ਅਮਰੀਕਾ, ਯੂਰਪ ਤੇ ਓਸ਼ੀਆਨਾ ਦੇ ਵਿੱਚ ਵਰਲਡ ਲਿਟਰੇਸੀ ਰੇਟ ਤੋਂ ਜ਼ਿਆਦਾ ਲਿਟਰੇਸੀ ਰੇਟ ਹੈ, ਬਟ ਅਫਰੀਕਾ ਤੇ ਏਸ਼ੀਆ ਦੇ ਵਿੱਚ ਘੱਟ ਲਿਟਰੇਸੀ ਰੇਟ ਹੈ ਵਰਲਡ ਲਿਟਰੇਸੀ ਰੇਟ ਨਾਲੋਂ। ਉਸ ਤੋਂ ਇਲਾਵਾ ਅਮਰੀਕਾ ਤੇ ਓਸ਼ੀਆਨਾ ਦਾ ਆਲਮੋਸਟ ਸੇਮ ਲਿਟਰੇਸੀ ਰੇਟ ਹੈ 5.6 ਪੁਆਇੰਟ, ਕਿ ਅਮਰੀਕਾ, ਯੂਰਪ ਤੇ ਓਸ਼ੀਆਨਾ ਦੇ ਵਿੱਚ ਮੇਲ ਤੇ ਫੀਮੇਲ ਦਾ ਜਿਹੜਾ ਲਿਟਰੇਸੀ ਰੇਟ ਦੇ ਵਿੱਚ ਗੈਪ ਬਹੁਤ ਹੀ ਜ਼ਿਆਦਾ ਘੱਟ ਹੈ, ਨਾ ਦੇ ਬਰਾਬਰ ਹੈ, 1-2% ਹੈ। ਬਟ ਇੱਥੇ 14 to 16 ਜਾਂ 17% ਦੇ ਕਰੀਬ ਹੈ। ਏਸ਼ੀਆ ਤੇ ਅਫਰੀਕਾ ਦੇ ਵਿੱਚ ਮੇਲ ਤੇ ਫੀਮੇਲ ਦੀ ਲਿਟਰੇਸੀ ਰੇਟ ਦੇ ਵਿੱਚ ਇਹ 6 ਪੁਆਇੰਟਸ ਮੈਨੂੰ ਸਮਝ ਆ ਰਿਹਾ। ਹੋਰ ਵੀ ਕੋਈ ਇਹਦੇ ਵਿੱਚ ਪੁਆਇੰਟ ਤੁਹਾਨੂੰ ਜੇ ਲੱਗ ਰਿਹਾ ਤਾਂ ਮੈਨੂੰ ਦੱਸੋ। ਸੋ ਜੇ ਆਪਾਂ ਇਹ ਪੁਆਇੰਟਸ ਨੂੰ ਫਿਰ ਕੰਸੀਡਰ ਕਰੀਏ, ਨੈਕਸਟ ਇਹਨੂੰ ਆਪਾਂ ਕਿੱਦਾਂ ਬਿਲਡ ਕਰਾਂਗੇ? ਸਭ ਤੋਂ ਪਹਿਲਾਂ ਅਗੇਨ ਸਾਨੂੰ ਪਤਾ ਹੈ ਕਿ ਆਪਾਂ ਇੰਟਰੋ ਦੇ ਵਿੱਚ ਲਿਖਣਾ ਹੁੰਦਾ ਹੈ ਵਟ, ਵੇਅਰ ਤੇ ਵੈਨ। ਇੱਥੇ ਕਿਉਂਕਿ ਵੈਨ ਟਾਈਮ ਡਿਫਾਈਨ ਨਹੀਂ ਹੈ, ਵੇਅਰ ਦਿੱਤਾ ਹੋਇਆ 5 ਕੰਟੀਨੈਂਟਸ ਹੈ ਅਤੇ ਵਰਲਡ ਦੀ ਓਵਰਆਲ ਦਿੱਤੀ ਹੋਈ ਹੈ ਵੈਲਿਊ ਲਿਟਰੇਸੀ ਰੇਟ ਦੀ। ਵਟ ਕੀ ਹੈ? ਲਿਟਰੇਸੀ ਰੇਟ ਬਾਰੇ ਗੱਲ ਕੀਤੀ ਹੈ। ਸੋ ਆਪਾਂ ਇਹ 2 ਪੁਆਇੰਟਸ ਨੂੰ ਮੈਂਸ਼ਨ ਕਰਾਂਗੇ। ਓਵਰਆਲ ਦੇ ਵਿੱਚ ਆਪਾਂ ਕੀ ਡਿਫਾਈਨ ਕਰਨਾ ਹੁੰਦਾ ਹੈ? ਟ੍ਰੈਂਡਸ ਅਤੇ ਕੰਪੈਰੀਜ਼ਨ। ਆਲਦੋ ਕਿਉਂਕਿ ਇੱਥੇ ਟਾਈਮ ਅਵੇਲੇਬਲ ਨਹੀਂ ਹੈ,
ठीक है। इस करके आप ट्रेंड्स की गल नहीं करांगे, बट कोई पैटर्नस ਜਿਹੜੇ ਕਿ ਕਾਮਨ ਹੈ ਤੇ ਕਿਤੇ ਕੋਈ ਡੈਵੀਏਸ਼ਨ ਨਹੀਂ ਹੈ ਉਹਨੂੰ ਜ਼ਰੂਰ ਸਮਝ ਸਕਦੇ ਹਾਂ, ਕਿਉਂਕਿ ਇੱਥੇ ਟਾਈਮ ਨਹੀਂ, ਇੱਥੇ ਟ੍ਰੈਂਡਸ ਅਵੇਲੇਬਲ ਨਹੀਂ ਹੈ। ਹੁਣ ਪੈਟਰਨਸ ਕਿਵੇਂ, ਜਿਵੇਂ ਕਿ ਹੁਣ ਜੇ ਤੁਸੀਂ ਧਿਆਨ ਨਾਲ ਦੇਖੋ ਪੈਟਰਨਸ ਦੀ ਜਿਹੜੀ ਮੈਂ ਗੱਲ ਕਰ ਰਿਹਾ, ਜਿਵੇਂ ਕਿ ਇੱਥੇ ਪੈਟਰਨਸ ਹੀ ਆਪਾਂ ਦੇਖੇ, ਜਿਵੇਂ ਕਿ ਮੈਨ ਲਿਟਰੇਸੀ ਰੇਟ ਹਮੇਸ਼ਾ ਵੂਮਨ ਲਿਟਰੇਸੀ ਰੇਟ ਤੋਂ ਕੀ ਹੈ ਜ਼ਿਆਦਾ। ਜਿੱਥੇ ਕਿਤੇ ਵੀ ਕੋਈ ਡੈਵੀਏਸ਼ਨ ਹੁੰਦਾ ਕਿ ਲੈਟਸ ਸਪੋਜ਼ ਕੋਈ ਕੰਟੀਨੈਂਟ ਹੈ ਜਿੱਥੇ ਮੈਨ ਲਿਟਰੇਸੀ ਰੇਟ ਘੱਟ ਹੈ, ਵੂਮਨ ਦੀ ਜ਼ਿਆਦਾ ਹੁੰਦੀ, ਤਾਂ ਉਹਨੂੰ ਆਪਾਂ ਡੈਫੀਨਿਟਲੀ ਹਾਈਲਾਈਟ ਕਰਦੇ, ਠੀਕ ਹੈ। ਸੋ ਸਪੈਸੀਫਿਕ ਪੈਟਰਨਸ ਆਪਾਂ ਲੱਭੇ, ਜਿਵੇਂ ਕਿ ਆ ਵੀ ਇੱਕ ਪੋਰਸ਼ਨ ਹੈ, ਠੀਕ ਹੈ। ਇਹਨਾਂ ਦੋਨਾਂ ਦੇ ਵਿੱਚ ਘੱਟ ਲਿਟਰੇਸੀ ਰੇਟ ਹੈ, ਸੌਰੀ ਜ਼ਿਆਦਾ ਡਿਫਰੈਂਸ ਹੈ ਮੇਲ ਅਤੇ ਫੀਮੇਲ ਦੇ, ਇਹਦੇ ਵਿੱਚ ਘੱਟ ਹੈ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਹਾਈਲਾਈਟ ਕਰਾਂਗੇ। ਸੋ ਆਹ ਪੈਟਰਨਸ ਲੱਭ ਲਏ ਜਿਹੜੇ ਆਪਾਂ ਲੱਭ ਸਕਦੇ ਹਾਂ। ਉਸ ਤੋਂ ਇਲਾਵਾ ਆਪਾਂ ਕੰਪੈਰੀਜ਼ਨ ਕਰਾਂਗੇ। ਹੁਣ ਕੰਪੈਰੀਜ਼ਨ ਦੇ ਵਿੱਚ ਆਪਾਂ ਅਗੇਨ ਲੋਐਸਟ ਹਾਈਐਸਟ ਵੈਲਿਊਜ਼ ਹੈ ਜਿਹੜੀਆਂ ਉਹਨੂੰ ਆਪਾਂ ਐਕਸਪਲੇਨ ਕਰ ਸਕਦੇ ਹਾਂ ਓਵਰਆਲ ਦੇ ਵਿੱਚ। ਸੋ ਓਵਰਆਲ ਦੇ ਵਿੱਚ ਇੱਕ ਤਾਂ ਆਪਾਂ ਪੈਟਰਨ ਦੱਸਾਂਗੇ, ਜਿਵੇਂ ਕਿ ਮੇਲ ਹਮੇਸ਼ਾ ਹੀ ਜ਼ਿਆਦਾ ਹੈ, ਠੀਕ ਹੈ, ਫੀਮੇਲ ਲਿਟਰੇਸੀ ਰੇਟ ਨਾਲੋਂ ਮੇਲ ਲਿਟਰੇਸੀ ਰੇਟ ਜ਼ਿਆਦਾ ਹੈ। ਅਤੇ ਉਸ ਤੋਂ ਇਲਾਵਾ ਆਪਾਂ ਕੀ ਦੱਸ ਸਕਦੇ ਹਾਂ, ਲੋਐਸਟ ਹਾਈਐਸਟ ਇਸ ਤਰ੍ਹਾਂ ਕੁਛ ਡਿਫਾਈਨ ਕਰ ਸਕਦੇ ਹਾਂ, ਜਾਂ ਆਪਾਂ ਇਹ ਵੀ ਦੱਸ ਸਕਦੇ ਹਾਂ ਕਿੱਥੇ ਗੈਪ ਜ਼ਿਆਦਾ ਹੈ, ਕਿੱਥੇ ਗੈਪ ਘੱਟ ਹੈ, ਠੀਕ ਹੈ, ਸਮਰੀ ਦੇ ਵਿੱਚ, ਠੀਕ ਹੈ। ਇੰਟਰੋਡਕਸ਼ਨ 'ਤੇ ਆਪਾਂ ਹੁਣ ਨੈਕਸਟ ਚੱਲਦੇ ਹਾਂ। ਸੋ ਆਪਾਂ ਨੂੰ ਇੱਕ ਵਾਰ ਮੈਂ ਇੱਥੇ ਕਲੀਅਰ ਕਰ ਦਿੰਦਾ, ਜੇ ਇਨ ਕੇਸ ਜੇ ਕਿਸੇ ਨੂੰ ਨਹੀਂ ਪਤਾ ਤਾਂ ਫਸਟ ਪਾਰਟ ਹੈ ਜਿਹੜਾ ਸਾਡਾ ਉਹ ਇੰਟਰੋਡਕਸ਼ਨ ਹੁੰਦੀ ਹੈ, ਆਪਾਂ ਇੰਟਰੋਡਕਸ਼ਨ ਲਿਖਣੀ ਹੈ। ਉਸ ਤੋਂ ਬਾਅਦ ਸੈਕਿੰਡ ਬੋਡੀ ਪੈਰਾ 1 ਹੁੰਦਾ ਪੈਰਾਗ੍ਰਾਫ, ਥਰਡ ਪੈਰਾਗ੍ਰਾਫ ਹੈ ਉਹ ਹੁੰਦਾ ਬੋਡੀ ਪੈਰਾ 2, ਦੈਨ ਫਾਈਨਲ ਆਪਾਂ ਲਿਖਦੇ ਹਾਂ ਸਮਰੀ, ਠੀਕ ਹੈ। ਓਵਰਆਲ ਮਤਲਬ ਜੋ ਵੀ ਆਪਾਂ ਨੂੰ ਸਮਝ ਆ ਰਿਹਾ ਉਹਨੂੰ ਇੱਕ ਸ਼ਾਰਟ ਦੇ ਵਿੱਚ ਕੰਸਾਈਜ਼ ਦੇ ਵਿੱਚ ਇੱਕ ਆਪਾਂ ਸਮਰੀ ਲਿਖਾਂਗੇ, ਹਾਈਲਾਈਟਿੰਗ ਪੁਆਇੰਟਸ ਦੀ। ਉਹ 'ਚ ਕੋਈ ਵੈਲਿਊ ਨਹੀਂ ਦੱਸਾਂਗੇ, ਇਹਦੇ ਵਿੱਚ ਯਾਦ ਰੱਖਣਾ ਕਦੀ ਵੈਲਿਊ ਨੂੰ ਯੂਜ਼ ਨਹੀਂ ਕਰਨਾ, ਠੀਕ ਹੈ। ਇਹਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਆਪਾਂ ਜੋ ਜੋ ਵੀ ਦੱਸਣਾ ਹੈ ਉਹਨੂੰ ਆਪਾਂ ਬੈਕ ਕਰਨਾ ਕਿਹਦੇ ਨਾਲ, ਵੈਲਿਊਜ਼ ਦੇ ਨਾਲ। ਵੈਲਿਊ ਮਤਲਬ ਜੋ ਜੋ ਵੀ ਸਾਡੇ ਕੋਲ ਡਾਟਾ ਹੈ ਉਹਦੇ ਨਾਲ ਆਪਾਂ ਉਹਨੂੰ ਬੈਕ ਕਰਨਾ ਹੈ, ਠੀਕ ਹੈ। ਆਪਾਂ ਇੱਦਾਂ ਨਹੀਂ ਕਹਿ ਦੇਣਾ ਚਾਹੇ ਹਾਈਐਸਟ ਹੈ, ਨਾਲ ਸਾਨੂੰ ਇਹ ਵੀ ਦੱਸਣਾ ਪਏਗਾ ਕਿਉਂ, ਕਿਉਂਕਿ ਇਹਦੀ ਇੰਨੀ ਪਰਸੈਂਟੇਜ ਹੈ, ਕਿਉਂਕਿ ਸਭ ਨੂੰ ਜ਼ਿਆਦਾ ਹੈ। ਸੋ ਆਪਾਂ ਡਾਟਾ ਦੇ ਨਾਲ ਬੈਕ ਕਰਕੇ ਉਹ ਜਿਹੜੀਆਂ ਸਾਰੀਆਂ ਵੈਲਿਊਜ਼ ਹੈ ਉਹ ਦੱਸ ਕੇ ਆਪਾਂ ਇਹਨੂੰ ਐਕਸਪਲੇਨ ਕਰਨਾ ਹੈ। ਹੁਣ ਬੋਡੀ ਪੈਰਾ 1 ਅਤੇ ਬੋਡੀ ਪੈਰਾ 2 'ਚ ਆਪਾਂ ਕਿਵੇਂ ਡਿਫਰੈਂਸ਼ੀਏਟ ਕਰੀਏ ਕਿ ਇੱਥੇ ਕੀ ਆਉਣਾ, ਇੱਥੇ ਕੀ ਆਉਣਾ। ਸੋ ਆਪਾਂ ਕੋਈ ਕ੍ਰਾਈਟੀਰੀਆ ਲੈ ਸਕਦੇ ਹਾਂ, ਜਿਵੇਂ ਕਿ ਲੈਟਸ ਸਪੋਜ਼ ਪੈਟਰਨਸ ਹੈ ਜਾਂ ਟ੍ਰੈਂਡਸ ਹੈ, ਸਾਰੇ ਇਨਕਰੀਜ਼ਿੰਗ ਟ੍ਰੈਂਡਸ ਆਪਾਂ ਅਲੱਗ ਕਰ ਸਕਦੇ ਹਾਂ, ਡਿਕਰੀਜ਼ਿੰਗ ਟ੍ਰੈਂਡਸ ਅਲੱਗ ਕਰ ਸਕਦੇ ਹਾਂ, ਇੱਦਾਂ ਕਰ ਸਕਦੇ ਹਾਂ, ਠੀਕ ਹੈ। ਜਾਂ ਫਿਰ ਜਿਵੇਂ ਇੱਥੇ ਮੈਨੂੰ ਲੱਗਦਾ ਹੈ ਕਿ ਆਪਾਂ 2 ਬੋਡੀ ਪੈਰਾਗ੍ਰਾਫਸ ਕਿੱਦਾਂ ਬਣਾ ਸਕਦੇ ਹਾਂ ਕਿ ਆਪਾਂ ਜਿਹੜੀ ਵਰਲਡ ਐਵਰੇਜ ਹੈ ਨਾ ਉਹ ਤੋਂ ਉੱਪਰ ਹੈ ਜਿਹੜੇ, ਠੀਕ ਹੈ, ਵਰਲਡ ਐਵਰੇਜ। ਸੋ ਵਰਲਡ ਐਵਰੇਜ ਨੂੰ ਲਿਟਰੇਸੀ ਰੇਟ ਨੂੰ ਵੇਟ ਬੇਸ ਲੈ ਕੇ ਉਹ ਤੋਂ ਜ਼ਿਆਦਾ ਹੈ ਜਿਹੜੇ ਕਿ ਅਮਰੀਕਾ ਹੋ ਗਿਆ, ਠੀਕ ਹੈ, ਯੂਰਪ ਹੋ ਗਿਆ। ਸੋ ਅਮਰੀਕਾ, ਯੂਰਪ ਅਤੇ ਓਸ਼ੀਆਨਾ, ਇਹ ਵਰਲਡ ਐਵਰੇਜ ਤੋਂ ਤਿੰਨੋਂ ਉੱਪਰ ਹੈ। ਸੋ ਇਹਨੂੰ ਆਪਾਂ ਫਸਟ ਬੋਡੀ ਪੈਰਾਗ੍ਰਾਫ 'ਚ ਲੈ ਸਕਦੇ ਹਾਂ। ਉਸ ਤੋਂ ਇਲਾਵਾ ਏਸ਼ੀਆ ਅਤੇ ਅਫਰੀਕਾ ਇਹ ਵਰਲਡ ਐਵਰੇਜ ਤੋਂ ਨੀਚੇ ਹੈ, ਇਹਨੂੰ ਆਪਾਂ ਬਾਅਦ ਵਿੱਚ ਲੈ ਸਕਦੇ ਹਾਂ। ਆਪਾਂ ਇੱਦਾਂ ਵੀ ਡਿਵਾਈਡ ਕਰ ਸਕਦੇ ਹਾਂ, ਜਾਂ ਇੱਦਾਂ ਕਰ ਸਕਦੇ ਹਾਂ ਇੱਥੇ ਮੇਲ ਫੀਮੇਲ ਦੇ ਵਿੱਚ ਡਿਫਰੈਂਸ ਘੱਟ ਹੈ, ਇੱਧਰ ਜ਼ਿਆਦਾ ਹੈ। ਸੋ ਵਟ ਐਵਰ ਦ ਪੈਟਰਨ ਇਜ਼, ਵਟ ਐਵਰ ਦ ਬੇਸ ਇਜ਼, ਉਹਨੂੰ ਬੇਸ ਨੂੰ ਆਪਾਂ ਮੰਨ ਕੇ ਆਪਾਂ ਉਹਨੂੰ 2 ਬੋਡੀ ਪੈਰਾਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਠੀਕ ਹੈ। ਮੋਸਟ ਲਾਈਕਲੀ ਜੇ ਆਪਾਂ ਨੂੰ ਜ਼ਿਆਦਾਤਰ ਚਾਂਸਿਸ ਹੁੰਦਾ ਜਿੱਦਾਂ ਲਾਈਨ ਗ੍ਰਾਫ, ਬਾਰ ਗ੍ਰਾਫ ਆਵੇ ਤਾਂ ਆਪਾਂ ਇਨਕਰੀਜ਼ਿੰਗ ਟ੍ਰੈਂਡ, ਡਿਕਰੀਜ਼ਿੰਗ ਟ੍ਰੈਂਡ ਨੂੰ ਬੇਸ ਲੈ ਕੇ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ। ਕੀ ਇਹ ਸਮਝ ਆ ਰਿਹਾ ਤੁਹਾਨੂੰ? ਯੈਸ ਸਰ। ਠੀਕ ਹੈ, ਓਕੇ। ਨਾਓ ਇੰਟਰੋਡਕਸ਼ਨ ਜੇ ਆਪਾਂ ਗੱਲ ਕਰੀਏ, ਇੱਥੇ ਲਿਖਿਆ ਸੀ ਦ ਟੇਬਲ ਬਿਲੋ ਸ਼ੋਜ਼ ਦ ਐਸਟੀਮੇਟਡ ਲਿਟਰੇਸੀ ਰੇਟਸ ਬਾਈ ਰੀਜਨ ਐਂਡ ਜੈਂਡਰ। ਜੇ ਤੁਸੀਂ ਬੇਸਿਕ ਤੋਂ ਬੇਸਿਕ ਲਿਖਣਾ ਹੈ ਤੁਸੀਂ ਇਹਨਾਂ ਦੇ ਸਿਨੋਨਿਮਸ ਯੂਜ਼ ਕਰਕੇ ਐਕਸਪਲੇਨ ਕਰ ਸਕਦੇ ਹੋ, ਠੀਕ ਹੈ। ਜਿਵੇਂ ਆਪਾਂ ਇੱਥੇ ਕੀ ਲਿਖਿਆ ਹੈ, ਦ ਰੈਂਡਰਡ ਟੇਬਲ, ਰੈਂਡਰਡ ਦਾ ਮਤਲਬ ਹੋ ਗਿਆ ਗਿਵਨ, ਦਿੱਤਾ ਹੋਇਆ, ਪ੍ਰੈਜ਼ੈਂਟ ਕੀਤਾ ਹੋਇਆ, ਪ੍ਰੋਵਾਈਡਡ ਟੇਬਲ। ਕੰਪੇਅਰਸ, ਕੰਪੇਅਰਸ ਦਾ ਮਤਲਬ ਕੀ ਹੁੰਦਾ ਹੈ, ਕੰਪੈਰੀਜ਼ਨ ਕੀਤਾ ਗਿਆ ਹੈ, ਠੀਕ ਹੈ। ਸੋ ਜਿਹੜਾ ਟੇਬਲ ਹੈ ਉਹ ਕੰਪੇਅਰ ਕਰਦਾ, ਕੀ ਕੰਪੇਅਰ ਕਰਦਾ, ਦੈਟ ਮੀਨਸ ਘੱਟੋ ਘੱਟ 2 ਵੈਲਿਊਜ਼ ਹੋਣੀਆਂ ਚਾਹੀਦੀਆਂ। ਸੋ ਕੀ ਕੰਪੇਅਰ ਕਰ ਰਿਹਾ ਉਹ, ਐਕਸਪੈਕਟਡ proportion of world population who is literate with the literacy rate of people of 5 continents. So world population ਦਾ expected ਕਿਉਂਕਿ ਇੱਥੇ estimated ਸੀਗਾ, ਸੋ proportion world population ਦਾ ਜਿਹੜਾ literate ਹੈ, ਮਤਲਬ ਜਿਹੜਾ educated ਹੈ, ਉਹਦਾ ਕੰਪੈਰੀਜ਼ਨ ਕੀਤਾ ਹੈ with the literacy rate of people of 5 continents. ਸੋ 5 ਕੰਟੀਨੈਂਟਸ ਦੇ ਲੋਕਾਂ ਦੇ ਲਿਟਰੇਸੀ ਰੇਟ ਦੇ ਨਾਲ ਉਹਦਾ ਕੰਪੈਰੀਜ਼ਨ ਕੀਤਾ ਹੈ ਕਿ ਵਰਲਡ ਦਾ ਐਵਰੇਜ ਐਕਸਪੈਕਟਡ ਵਰਲਡ ਪੋਪੂਲੇਸ਼ਨ ਦੀ ਜਿਹੜੀ ਲਿਟਰੇਸੀ ਰੇਟ ਹੈ ਉਹਨੇ ਨਾਲ ਕੰਪੇਅਰ ਕੀਤਾ ਹੈ। ਕੀ ਇਹ ਕੁਐਸਚਨ ਜਿਹੜੀ ਸਟੇਟਮੈਂਟ ਹੈ ਇੰਟਰੋਡਕਸ਼ਨ ਹੈ ਤੁਹਾਨੂੰ ਸਮਝ ਆ ਰਹੀ ਹੈ?
Yes, sir. Yes, sir. ਓਕੇ ਠੀਕ ਹੈ। ਹੁਣ ਨੈਕਸਟ ਜਦੋਂ ਆਪਾਂ ਸ਼ਿਫਟ ਕਰਨਾ ਹੈ ਬੋਡੀ ਪੈਰਾ 1, ਜਿਵੇਂ ਕਿ ਮੈਂ ਦੱਸਿਆ ਸੀ ਬੋਡੀ ਪੈਰਾ 1 ਦੇ ਵਿੱਚ ਆਪਾਂ ਕਿਹਦੀ ਗੱਲ ਕਰ ਸਕਦੇ ਹਾਂ, ਅਮਰੀਕਾ ਹੋ ਗਿਆ, ਯੂਰਪ ਹੋ ਗਿਆ ਤੇ ਓਸ਼ੀਆਨਾ ਹੋ ਗਿਆ, ਕਿਉਂਕਿ ਇਹਨਾਂ ਦੀ ਜਿਹੜੀ ਵੈਲਿਊ ਹੈ 93, 99, 93 ਇਹ ਕਾਫੀ ਜ਼ਿਆਦਾ ਹੈ ਵਰਲਡ ਐਵਰੇਜ ਨਾਲੋਂ, ਠੀਕ ਹੈ 82%। ਤੇ ਇਹਦੇ ਵਿੱਚ ਜੇ ਆਪਾਂ ਹਾਈਐਸਟ ਵੈਲਿਊ ਦੱਸੀਏ ਤਾਂ ਆਪਾਂ ਕਿਹਦੀ ਗੱਲ ਕਰ ਰਹੇ ਹਾਂ, ਯੂਰਪ ਦੀ। ਸੋ ਆਪਾਂ ਦੇਖਦੇ ਹਾਂ ਇਨ ਡਿਟੇਲ, ਯੂਰਪ, ਅਮਰੀਕਾ ਐਂਡ ਓਸ਼ੀਆਨਾ have more educated people than the world average literacy rate, ठीक है। सो ये ਤਿੰਨਾਂ ਥਾਵਾਂ ਤੇ ज़्यादा लिटरेसी रेट है, सो मोर लिटरेसी रेट भी लिख सकते हैं दैन द वर्ल्ड एवरेज लिटरेसी रेट, ठीक है। इसकी जगह आप लिख सकते हैं लिटरेसी रेट। दैन द वर्ल्ड एवरेज लिटरेसी रेट, सो दैन द वर्ल्ड एवरेज इतने भी खत्म कर सकते हैं, विच इज़ 82%, जो कि कितना सी 82%। हूँ विच किहदे लई यूज़ किया गया, वर्ल्ड एवरेज लिटरेसी रेट ਲਈ। सो ਇਹਦੇ ਨਾਲੋਂ ਯੂਰਪ, ਅਮਰੀਕਾ ਤੇ ਓਸ਼ੀਆਨਾ ਦੇ ਵਿੱਚ ਜ਼ਿਆਦਾ ਲਿਟਰੇਸੀ ਰੇਟ ਹੈ ਜਾਂ ਜ਼ਿਆਦਾ ਐਜੂਕੇਟਿਡ ਪੀਪਲ ਹੈ। ਯੂਰਪ has the highest literacy rate with 99% citizens who know how to read and write. So basically literacy rate ਕਿਹਨੂੰ ਕਿਹਾ ਜਾਂਦਾ ਹੈ, ਜਿੱਦਾਂ ਕਿ ਜਿਹੜਾ ਵੀ ਪਰਸਨ ਲਿਖ ਸਕਦਾ ਹੈ, ਰੀਡ ਕਰ ਸਕਦਾ ਹੈ, ਉਹਨੂੰ ਲਿਟਰੇਟ ਮੰਨਿਆ ਜਾਂਦਾ ਹੈ। ਸੋ 99% ਸਿਟੀਜ਼ਨਸ ਜਿਹੜੇ ਯੂਰਪ ਦੇ ਵਿੱਚ ਉਹ ਜਾਣਦੇ ਕਿੱਦਾਂ ਪੜ੍ਹਿਆ ਜਾਂਦਾ ਤੇ ਲਿਖਿਆ ਜਾਂਦਾ ਹੈ। ਇਸ ਕਰਕੇ ਯੂਰਪ ਉਹਦੇ ਕੋਲ 99% ਸਿਟੀਜ਼ਨਸ ਹੈ ਤੇ ਉਹਨਾਂ ਨੂੰ ਉਹ ਜਾਣਦੇ ਆ ਕਿੱਦਾਂ ਲਿਖਿਆ ਜਾਂਦਾ ਹੈ ਤੇ ਰੀਡ ਕੀਤਾ ਜਾਂਦਾ ਹੈ, ਉਹ ਕੋ ਹਾਈਐਸਟ ਲਿਟਰੇਸੀ ਰੇਟ ਹੈ। ਸੋ ਸੈਂਟੈਂਸ ਬਣਿਆ ਯੂਰਪ ਵਿਦ 99% ਸਿਟੀਜ਼ਨਸ ਹੂ ਨੋ, ਸੋ ਯੂਰਪ 99% ਸਿਟੀਜ਼ਨਸ ਦੇ ਨਾਲ ਜਿਹੜੇ ਜਾਣਦੇ ਕਿੱਦਾਂ ਲਿਖਣਾ ਹੈ ਤੇ ਪੜ੍ਹਨਾ ਹੈ, ਹਾਈਐਸਟ ਲਿਟਰੇਸੀ ਰੇਟ ਰੱਖਦਾ ਹੈ, ਹੈਜ਼ ਦਾ ਹਾਈਐਸਟ ਲਿਟਰੇਸੀ ਰੇਟ। ਹੁਣ ਨੈਕਸਟ ਆਪਾਂ ਇੱਥੇ ਕਨੈਕਟਰ ਯੂਜ਼ ਕੀਤਾ ਸਿਮਿਲਰਲੀ, ਕਿਉਂਕਿ ਅੱਗੇ ਵੀ ਆਪਾਂ ਉਹੀ ਕਨਸੈਪਟ ਨੂੰ ਸਟਾਰਟ ਦੱਸਣਾ ਹੈ। ਸਿਮਿਲਰਲੀ ਦ ਲਿਟਰੇਸੀ ਰੇਟਸ ਇਨ ਅਮਰੀਕਾ ਐਂਡ ਓਸ਼ੀਆਨਾ ਆਰ ਰਗਲੀ ਦ ਸੇਮ, ਐਵਰੇਜਿੰਗ ਓਵਰ 93% in total, ठीक है। इतने अबाउट या भी लिख सकते हैं। सो एवरेजिंग मतलब लगभग जो 93% टोटल इन्हों की एवरेज बन जाती है। सो लिटरेसी रेट है जोड़ा ये अमेरिका तो ओशियाना दे विच सेम है, लगभग 93% के करीब है टोटल इन्हों का। सो इत्थे भी 93 हो गया, इत्थे भी 93 हो गया। सो आप अमेरिका तो ओशियाना की गल कर ले। लास्ट में लिखा देयर इज़ हार्डली एनी डिफरेंस इन द लिटरेसी रेट्स बिटवीन द मैन एंड वुमेन इन दीज 3 कंटीनेंट्स। तो इत्थे मैन तो वुमेन तीनों कंटीनेंट्स में कोई खास लिटरेसी रेट का डिफरेंस नहीं है। सो ये अगेन जो तुम इतने परसेंटेज लिखना है, तुम इदा लिख भी सकते हो भी ऑल हैव 90 मोर दैन 90% लिटरेसी रेट या कुछ इदा, बट इतने आप जो ना भी लिखे तो भी कोई गल नहीं, क्योंकि जे मैन तो फीमेल तो फीमेल के कोई खास डिफरेंस नहीं है लिटरेसी रेट का। दैट मीनस वो सारे ऑलमोस्ट कि बराबर हो गए, एवरेज लिटरेसी रेट जी ओवरऑल है वो ही बराबर हो गए। सो ये आप की डिफाइन किया अमेरिका, यूरोप तो ओशियाना की ओवरऑल दसी एज तो नाल आप ये भी डिफाइन कर दिता कि इन्हां दे विच कोई खास डिफरेंस नहीं है। तो नाल आप ये भी डिफाइन करता कि ये की है सेम है, ठीक है। इन्हां दोनों दे विच लिटरेसी रेट सेम है। तो नाल आप हाईएस्ट वैल्यू भी एक्सप्लेन करती कि यूरोप दे विच हाईएस्ट वैल्यू है। सो साडा फर्स्ट बॉडी पैरा कंप्लीट हो गया, जिहदे विच अमेरिका, यूरोप तो ओशियाना दे विच जिन्ने भी पॉइंट्स सीगे, ठीक है 3-4 पॉइंट्स जिन्ने भी पॉइंट्स सीगे आप सारिਆਂ ਨੂੰ मैंशन कर दिता। इन केस कोई जो छुट गया तो आप देख लेना कि किहड़े 6-7 पॉइंट्स जिहड़े अपने बनते सीगे। नैक्सट आप शिफ्ट कर रहे हैं बॉडी पैरा 2 दे विच। विद रिगार्ड टू अदर 2 रीजनस, जे आप बाकी 2 रीजनस के बारे गल करिए, अफ्रीका हैज़ द लोएस्ट लिटरेसी रेट एज लेस दैन 2/3 ऑफ इट्स पॉपुलेशन इतने ये जाना इज़ एबल टू रीड एंड राइट। पॉपुलेशन के लिए 2/3 हो गई ऑफ इट्स पॉपुलेशन इज़ एबल टू रीड एंड राइट। सो इत्थे अफ्रीका की आप गल की, हुण ये भी दस दिता है कि है लोएस्ट है। हुण 2/3 की होंगे बेसिकली 66% के करीब होंगी है वैल्यू, तो ये तो घट है ये, मतलब इत्थे दी जिहड़ी पॉपुलेशन है 2/3
ਤੋਂ ਵੀ ਘੱਟ ਜਿਹੜੀ ਪੋਪੂਲੇਸ਼ਨ ਹੈ ਉਹ ਲਿਟਰੇਟ ਹੈ। ਇਹਨੂੰ ਆਪਾਂ ਇੱਦਾਂ ਐਕਸਪਲੇਨ ਕਰਤਾ। ਤੁਸੀਂ ਪਰਸੈਂਟੇਜ ਡਾਇਰੈਕਟ ਲਿਖਣੀ ਹੈ, ਲਿਖ ਵੀ ਸਕਦੇ ਹੋ 62%। ਆਈ ਥਿੰਕ ਦਿਸ ਵੁੱਡ ਬੀ ਬੈਟਰ ਆਪਸ਼ਨ ਕਿ ਆਪਾਂ ਇਹਨੂੰ ਇੱਦਾਂ ਐਕਸਪਲੇਨ ਕਰੀਏ। ਸੋ ਅਫਰੀਕਾ ਕੋ ਹੈਜ਼ ਦ ਲੋਐਸਟ ਲਿਟਰੇਸੀ ਰੇਟ ਕਿਉਂਕਿ ਉੱਥੇ ਲੈਸ ਦੈਨ 2/3 ਜਿਹੜੀ ਪੋਪੂਲੇਸ਼ਨ ਹੈ ਉਹ ਰੀਡ ਐਂਡ ਰਾਈਟ ਕਰ ਸਕਦੀ ਹੈ। ਸੋ ਲੋਐਸਟ ਵੈਲਿਊ ਹੋ ਗਈ। ਹੁਣ ਆਪਾਂ ਇਹਦੇ ਵਿੱਚ ਡਿਫਰੈਂਸ ਵੀ ਦੱਸਣਾ ਇਸੇ, ਇੱਕ ਬਹੁਤ ਵੱਡਾ ਡਿਫਰੈਂਸ ਹੈ। ਅਫਰੀਕਾ also has a much wider gender gap in the literacy rates ਠੀਕ ਹੈ। ਸੋ ਉਹਦੇ ਜੈਂਡਰ ਉਹਦੇ ਵਿੱਚ ਲਿਟਰੇਸੀ ਰੇਟਸ ਜਿਹੜੇ ਉਹਦੇ ਵਿੱਚ ਜੈਂਡਰ ਗੈਪ ਵੀ ਬਹੁਤ ਜ਼ਿਆਦਾ ਹੈ। having 71% educated men as compared to only 54% women ਜਾਂ educated women। ਦੁਬਾਰਾ educated ਲਿਖਣ ਦੀ ਲੋੜ ਨਹੀਂ ਹੈ, in case you want you can write। ਸੋ ਅਫਰੀਕਾ ਦੇ ਵਿੱਚ ਜੈਂਡਰ ਗੈਪ ਵੀ ਕਾਫੀ ਜ਼ਿਆਦਾ ਲਿਟਰੇਸੀ ਰੇਟਸ ਦੇ ਵਿੱਚ, ਜਿੱਥੇ 71% ਐਜੂਕੇਟਡ ਮੈਨ ਹੈ ਬਟ ਓਨਲੀ 54% ਵੂਮਨ ਹੈ ਐਜੂਕੇਟਡ। ਸਿਮਿਲਰਲੀ ਮਤਲਬ ਇੱਥੇ ਬਟ ਆਪਾਂ ਸਿਮਿਲਰਲੀ ਪਿਛਲੀ ਵਾਰ ਲਿਖਿਆ ਸੀ, ਸੋ ਇਸ ਕਰਕੇ ਆਪਾਂ ਇੱਥੇ ਲਾਈਕਵਾਈਜ਼ ਲਿਖ ਸਕਦੇ ਹਾਂ। ਕੀ ਲਿਖ ਸਕਦੇ ਹਾਂ? ਲਾਈਕਵਾਈਜ਼ ਮੋਰ ਮੇਲ ਦੈਨ ਫੀਮੇਲ। ਇਹ ਮੈਂ ਬ੍ਰੈਕਟ ਇਸ ਕਰਕੇ ਸਰ ਲਾਈਕਵਾਈਜ਼ ਕਿੱਥੇ ਹੁੰਦਾ ਜ਼ਿਆਦਾਤਰ? ਜਿੱਦਾਂ ਆਪਾਂ ਸੇਮ ਹੀ ਪੈਟਰਨ ਨੂੰ ਅੱਗੇ ਫੋਲੋ ਕਰਨਾ ਹੈ। ਜਿਵੇਂ ਕਿ ਮੈਂ ਦੱਸਿਆ ਅਫਰੀਕਾ ਦੇ ਵਿੱਚ ਜੈਂਡਰ ਗੈਪ ਕਾਫੀ ਹੈਗਾ ਨਾ ਲਿਟਰੇਸੀ ਰੇਟ ਦੇ ਵਿੱਚ। ਲਿਟਰੇਸੀ ਰੇਟ ਮੇਲ ਦੇ ਅਤੇ ਫੀਮੇਲ ਦੇ ਲਿਟਰੇਸੀ ਰੇਟ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ। ਅਤੇ ਅੱਗੇ ਮੈਂ ਇਹ ਦੱਸਣਾ ਕਿ ਏਸ਼ੀਆ ਦੇ ਵਿੱਚ ਵੀ ਮੇਲ ਅਤੇ ਫੀਮੇਲ ਦੇ ਲਿਟਰੇਸੀ ਰੇਟ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ। ਤਾਂ ਉਸ ਕੇਸ ਵਿੱਚ ਆਪਾਂ ਪਹਿਲਾਂ ਅਫਰੀਕਾ ਨੂੰ ਦੱਸਿਆ, ਤਾਂ ਫਿਰ ਆਪਾਂ ਕੀ ਲਿਖਾਂਗੇ? ਸਿਮਿਲਰਲੀ ਜਾਂ ਲਾਈਕਵਾਈਜ਼ ਲਿਖ ਕੇ ਆਪਾਂ ਏਸ਼ੀਆ ਦੀ ਗੱਲ ਕਰ ਸਕਦੇ ਹਾਂ। ਹਾਂਜੀ ਸਰ, ਲੱਗ ਗਿਆ, ਥੈਂਕ ਯੂ। ਠੀਕ ਹੈ। ਸੋ ਏਸ਼ੀਆ ਦੇ ਵਿੱਚ ਜੈਂਡਰ ਗੈਪ ਕਾਫੀ ਹੈ। ਲਿਟਰੇਸੀ ਰੇਟ ਦੇ ਵਿੱਚ ਇੰਨੇ % ਐਜੂਕੇਟਡ ਮੈਨ ਹੈ ਅਤੇ ਇੰਨੇ % ਵੂਮਨ। ਲਾਈਕਵਾਈਜ਼ ਇਸੇ ਤਰ੍ਹਾਂ more male than female know how to read and write in Asia and it has 79% overall literacy। ठीक है, 79% overall literacy है। ਇੱਥੇ ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ, which is almost close to world average। ठीक है, but I think it is okay। ਤੇ similarly more male than female know how to read and write in Asia and it has 79% overall literacy। ਇੱਥੇ ਆਪਾਂ ਮੇਲ ਤੇ ਫੀਮੇਲ ਦੀ ਵੈਲਿਊ ਵੀ ਦੱਸਤੀ ਤੇ ਇੱਥੇ ਗੈਪ ਹੈ ਜਿਹੜਾ ਉਹ ਵੀ ਆਪਾਂ ਹਾਈਲਾਈਟ ਕਰਤਾ। ਸੋ ਇਸੇ ਤਰ੍ਹਾਂ ਆਪਾਂ ਏਸ਼ੀਆ ਦੇ ਵਿੱਚ ਜਿਹੜਾ ਇੱਕ ਗੈਪ ਨੂੰ ਵੀ ਹਾਈਲਾਈਟ ਕਰਤਾ ਕਿਉਂਕਿ ਇੱਥੇ ਗੈਪ ਜ਼ਿਆਦਾ ਸੀ, ਉੱਧਰ ਇਹਨਾਂ 'ਚ ਗੈਪ ਨਹੀਂ ਸੀਗਾ। ਅਤੇ ਐਟ ਦਾ ਸੇਮ ਟਾਈਮ ਆਪਾਂ ਲੋਐਸਟ ਵੈਲਿਊ ਸੀ ਜਿਹੜੀ ਉਹਨੂੰ ਵੀ ਹਾਈਲਾਈਟ ਕਰਤਾ। ਸੋ ਏਸ਼ੀਆ ਅਤੇ ਅਫਰੀਕਾ ਦੇ ਵਿੱਚ ਜਿਹੜੇ ਵੀ ਹਾਈਲਾਈਟਿੰਗ ਪੁਆਇੰਟ ਸੀਗੇ ਉਹ ਆਪਾਂ ਨੂੰ ਐਕਸਪਲੇਨ ਕਰਤੇ। ਹੁਣ ਇੱਕ ਪੁਆਇੰਟ ਜਿਹੜਾ ਸਪੈਸੀਫਿਕ ਰਹਿ ਗਿਆ ਸੀ ਉਹ ਇਹ ਸੀ ਕਿ ਮੈਨ ਹਮੇਸ਼ਾ ਜ਼ਿਆਦਾ ਵੂਮਨ ਨਾਲੋਂ। ਉਹ ਸਾਰਿਆਂ ਦਾ ਹੀ ਹੈ ਕਾਮਨ, ਹੈ ਨਾ। ਇੱਦਾਂ ਤਾਂ ਹੈ ਨਹੀਂ ਕਿ ਆਪਾਂ ਸਿਰਫ ਅਮਰੀਕਾ, ਯੂਰਪ ਅਤੇ ਓਸ਼ੀਆਨਾ ਦੀ ਗੱਲ ਕਰ ਲਈਏ, ਉੱਧਰ ਜ਼ਿਆਦਾ ਸੀ, ਅਫਰੀਕਾ 'ਚ ਨਹੀਂ ਸੀਗਾ। ਜਾਂ ਫਿਰ ਆਪਾਂ ਕਿਉਂਕਿ ਯੂਰਪ, ਏਸ਼ੀਆ ਸਾਰੇ ਅਫਰੀਕਾ, ਅਮਰੀਕਾ, ਏਸ਼ੀਆ, ਯੂਰਪ, ਓਸ਼ੀਆਨਾ ਸਾਰਿਆਂ ਦੇ ਵਿੱਚੋਂ ਕਾਮਨ ਸੀ। ਸੋ ਇਟ ਵੁੱਡ ਬੀ ਓਕੇ ਇਫ ਵੀ ਕੰਸੀਡਰ ਇਟ ਇਨ ਸਮਰੀ। ਸੋ ਸਮਰੀ ਨੂੰ ਜੋ ਆਪਾਂ ਲਿਖਾਂਗੇ ਓਵਰਆਲ, ਜਾਂ ਇੱਥੇ ਤੁਸੀਂ ਇਨ ਜਨਰਲ ਵੀ ਲਿਖ ਸਕਦੇ ਹੋ ਐਜ਼ ਐਨ ਓਵਰਆਲ ਟ੍ਰੈਂਡ, ਜਾਂ all in all ਇੱਦਾਂ ਲਿਖ ਸਕਦੇ ਹੋ। ਸੋ ਇਨ ਜਨਰਲ ਜਾਂ ਓਵਰਆਲ there are more educated men than women across all continents। ਇੱਥੇ ਐਜੂਕੇਟਡ ਦੀ ਜਗ੍ਹਾ ਹੋਰ ਵੀ ਆਪਾਂ ਕੋ ਆਪਸ਼ਨ ਲਿਟਰੇਟ ਵੀ ਲਿਖ ਸਕਦੇ ਹਾਂ। ਸੋ there are more educated men than women across all continents। ਸੋ ਇਹ ਵੀ ਪੁਆਇੰਟ ਸਾਡਾ ਕਵਰ ਹੋ ਗਿਆ ਅਤੇ ਇਹ ਸਾਰਿਆਂ ਦੇ ਵਿੱਚ ਕਾਮਨ ਸੀਗਾ। ਠੀਕ ਹੈ, ਓਵਰਆਲ। ਹਾਊਐਵਰ ਸੋ ਇੱਕ ਤਾਂ ਆਪਾਂ ਇਹ ਦੱਸਦਾ ਕਿ ਜਿਹੜੇ ਮੈਨ ਨੇ ਉਹ ਜ਼ਿਆਦਾ ਸੀਗੇ ਐਜ਼ ਕੰਪੇਅਰ ਟੂ ਵੂਮਨ ਨਾਲੋਂ ਐਜੂਕੇਟਡ, ਬਟ ਜਿਹੜਾ ਗੈਪ ਹੈ ਦੋਨਾਂ ਦਾ ਉਹ ਵੀ ਆਪਾਂ ਨਾਲ ਹਾਈਲਾਈਟ ਕਰ ਦਿੱਤਾ। ਹਾਊਐਵਰ ਦ ਗੈਪ ਵਾਸ ਪਾਰਟੀਕੂਲਰਲੀ ਨੋਟਿਸੇਬਲ ਇਨ ਏਸ਼ੀਆ ਐਂਡ ਅਫਰੀਕਾ। ਸੋ ਹਾਊਐਵਰ ਦਾ ਲਿਟਰੇਸੀ ਗੈਪ ਇੱਥੇ ਲਿਖਣਾ ਹੈ। ਠੀਕ ਹੈ, ਕੀ ਕਲੀਅਰ ਹੋ ਰਿਹਾ? ਵਰਡਸ ਜਿਹੜੇ ਮਿਸਿੰਗ ਹੈ ਉਹ ਨਾਲ ਲਿਖ ਰਹੇ। So overall there are more educated men than women across all continents. However, the literacy gap was particularly noticeable in Asia and Africa। Are you with me? समझ आ रहा है? Yes sir। ਉਸ ਤੋਂ ਇਲਾਵਾ in addition Europeans are more literate while are the most literate ਕਿਉਂਕਿ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਯੂਰਪ ਦੇ ਵਿੱਚ ਸੀ, and Africans have the lowest literacy rate।
ਤੇ ਅਫਰੀਕਾ ਦੇ ਵਿੱਚ ਲੋਐਸਟ ਲਿਟਰੇਸੀ ਰੇਟ ਹੈ। ਸੋ ਹੁਣ ਆਪਾਂ ਜਿਹੜਾ ਓਵਰਆਲ ਸਮਰੀ ਦੇ ਵਿੱਚ ਆਪਾਂ ਇੱਕ ਹਾਈਲਾਈਟ ਕੀਤਾ ਹੈ ਕਿ ਮੈਨ ਹਮੇਸ਼ਾ ਜ਼ਿਆਦਾ ਸੀ ਵੂਮਨ ਨਾਲੋਂ ਲਿਟਰੇਸੀ ਰੇਟ ਦੇ ਵਿੱਚ, ਬਟ ਜਿਹੜਾ ਲਿਟਰੇਸੀ ਰੇਟ ਹੈ ਉਹ ਜ਼ਿਆਦਾ ਜਿਹੜਾ ਵੱਡਾ ਗੈਪ ਹੈ ਲਿਟਰੇਸੀ ਰੇਟ ਦੇ ਵਿੱਚ ਉਹ ਸਾਨੂੰ ਦੇਖਣ ਨੂੰ ਮਿਲਿਆ ਸੀ ਏਸ਼ੀਆ ਅਤੇ ਅਫਰੀਕਾ ਦੇ ਵਿੱਚ, ਇਹਨਾਂ ਦੋਨਾਂ ਦੇ ਵਿੱਚ। ਸੋ ਇਹ ਸਾਰੇ ਆਲਮੋਸਟ ਸਾਰੇ ਪੁਆਇੰਟ ਕਵਰ ਹੋ ਜਾਂਦੇ ਆ, ਠੀਕ ਹੈ। ਅਤੇ ਇਸ ਤੋਂ ਇਲਾਵਾ ਆਪਾਂ ਕਿਹੜੀ ਵੈਲਿਊ ਦੱਸੀ, ਹਾਈਐਸਟ ਦੈਟ ਇਜ਼ ਯੂਰਪ ਅਤੇ ਲੋਐਸਟ ਦੈਟ ਇਜ਼ ਅਫਰੀਕਾ, ਠੀਕ ਹੈ। ਓਵਰਆਲ ਦੇ ਵਿੱਚ ਮੋਸਟਲੀ ਆਪਾਂ ਕੋਈ ਨਾ ਕੋਈ ਪੈਟਰਨ ਦੱਸਣਾ ਹੁੰਦਾ, ਠੀਕ ਹੈ, ਜਾਂ ਆਪਾਂ ਕੋਈ ਟ੍ਰੈਂਡ ਦੱਸ ਸਕਦੇ ਹਾਂ, ਬਟ ਇੱਥੇ ਕੋਈ ਸਪੈਸੀਫਿਕ ਟਾਈਮ ਪੀਰੀਅਡ ਨਹੀਂ ਸੀਗਾ, ਸੋ ਇਸ ਕਰਕੇ ਕੋਈ ਸਪੈਸੀਫਿਕ ਟ੍ਰੈਂਡ ਨਹੀਂ ਸੀਗਾ ਟਾਈਮ ਦੇ ਰਿਲੇਟਡ, ਬਟ ਆਪਾਂ ਇੱਕ ਡੈਫੀਨੇਟਲੀ ਸੋ ਪੈਟਰਨ ਹੈ ਜਿਹੜਾ ਪਲੱਸ ਆਪਾਂ ਸਿਗਨੀਫਿਕੈਂਟ ਵੈਲਿਊ ਜਾਂ ਕੋਈ ਇੱਦਾਂ ਦੀ ਹਾਈਐਸਟ ਜਾਂ ਲੋਐਸਟ ਅਤੇ ਲੋਐਸਟ ਇਹਨਾਂ ਵੈਲਿਊਜ਼ ਨੂੰ ਕੰਸੀਡਰ ਕਰ ਸਕਦੇ ਹਾਂ ਨਾਲ ਉਹਨੂੰ ਹਾਈਲਾਈਟ ਕਰਨ ਦੇ ਲਈ ਕਿ ਹਾਈਐਸਟ ਕਿੱਥੇ ਹੈ ਅਤੇ ਲੋਐਸਟ ਕਿੱਥੇ ਹੈ। ਇਹ ਇਸ ਕਰਕੇ ਵੀ ਇੰਪੋਰਟੈਂਟ ਹੈ, ਇਹ ਤਾਂ ਇੱਥੇ ਇੰਪੋਰਟੈਂਟ ਹੀ ਹੈ ਕਿਉਂਕਿ ਸਾਡੇ ਕੋਲ ਇੱਥੇ ਟਾਈਮ ਹੈ ਹੀ ਨਹੀਂ ਸੀ, ਸਾਡੇ ਕੋਲ ਸਿਰਫ ਅਤੇ ਸਿਰਫ ਕੰਪੈਰੀਜ਼ਨ ਸੀ। ਸੋ ਕੰਪੈਰੀਜ਼ਨ ਦੇ ਵਿੱਚ ਹਾਈਐਸਟ ਅਤੇ ਲੋਐਸਟ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਕੀ ਕਲੀਅਰ ਹੋ ਰਿਹਾ? ਹਾਂਜੀ ਸਰ। ਓਕੇ, ਹੁਣ ਜੇ ਕੁਝ ਪੁੱਛਣਾ ਹੈ ਪਹਿਲਾਂ ਪੁੱਛ ਸਕਦੇ ਹੋ। ਸੋ ਆ ਤੁਹਾਡਾ ਕੰਪਲੀਟ ਆਨਸਰ ਹੈ। ਸਰ ਇੱਕ BP2 ਦੇ ਵਿੱਚ ਜਿਹੜੀ ਅਫਰੀਕਾ ਹੈ ਦਾ ਲੋਐਸਟ ਲਿਟਰੇਸੀ, ਉਹ 2/3 ਵਾਲੀ ਲਾਈਨ ਦੁਆਰਾ ਸਮਝਾਈਓ। Africa also, so Africa has the lowest literacy rate as less than two-thirds of the population is able to read and write. Basically, Africa ਦੇ ਵਿੱਚ let's suppose 100 ਲੋਕ ਹੈ, ਠੀਕ ਹੈ, ਹਾਂਜੀ, ਤੇ ਇਹਦਾ ਜੇ ਮੈਂ 3 ਹਿੱਸਿਆਂ 'ਚ ਇਹਨੂੰ ਡਿਵਾਈਡ ਕਰਾਂ ਤਾਂ ਆਲਮੋਸਟ 33.33 33.33 33.33 ਦੇ 3 ਹਿੱਸੇ ਬਣ ਜਾਣੇ, ਟੋਟਲ 99.99 ਮਤਲਬ 100 ਹੋ ਜਾਏਗਾ ਆਲਮੋਸਟ। ਹੁਣ ਇਸ ਕੇਸ ਦੇ ਵਿੱਚ ਜੇ ਮੈਂ ਇਹਦੇ 3 ਹਿੱਸੇ ਕਰਾਂ, ਇੱਕ ਹਿੱਸੇ ਨੂੰ ਆਪਾਂ 1/3 ਕਹਿੰਦੇ ਹਾਂ, ਉਹਦੇ ਵਿੱਚ ਮੈਂ ਕਿੰਨੇ ਹਿੱਸੇ ਜੋੜ ਸਕਦਾ? 3 ਹਿੱਸੇ ਜੋੜ ਸਕਦਾ, ਹੈ ਨਾ। ਹਾਂਜੀ, ਸੋ ਇੱਕ ਹੁੰਦਾ 3, ਇੱਕ ਹੁੰਦਾ 3rd, ਠੀਕ ਹੈ, ਇਹਨੂੰ ਆਪਾਂ ਕਹਿੰਦੇ 3, ਇਹਨੂੰ ਆਪਾਂ ਕਹਿੰਦੇ 1/3, ਠੀਕ ਹੈ। ਠੀਕ ਹੈ। ਸੋ ਇਹ ਹੋ ਗਿਆ 3, ਇਹ ਹੋ ਗਿਆ 3rd। ਹੁਣ 3rd 2 3rds ਆਪਾਂ ਜੁਆਇਨ ਕਰ ਲੈ, ਹੈ ਨਾ। ਸੋ ਆਪਾਂ ਕੋ 1/3 ਨਹੀਂ ਹੋਇਆ, ਕਿੰਨੇ ਹੋ ਗਏ? 2 3rds ਹੋ ਗਏ, ਠੀਕ ਹੈ। 3rd ਹੁੰਦਾ ਇਹਨੂੰ ਕਹਿੰਦੇ 3rd, ਤੇ ਇਹ ਆਪਾਂ ਕੋ 2 ਹੋ ਗਏ ਨਾ। ਹਾਂਜੀ ਸਰ। ਸੋ ਇਸ ਕਰਕੇ ਆਪਾਂ ਇਹਨੂੰ ਕੀ ਲਿਖਾਂਗੇ? 2/3 ਠੀਕ ਹੈ ਸਰ। ਹੁਣ ਇਹ ਕਿਉਂਕਿ 1/3 33% ਸੀਗਾ, ਇਹ ਵੀ ਇੱਕ ਹੋਰ ਹੋ ਜਾਏਗਾ 33, ਆਲਮੋਸਟ 66.66 ਇੰਨਾ ਹੋ ਜਾਏਗਾ, ਤੇ ਇਹ ਤੋਂ ਘੱਟ ਕਿਉਂਕਿ ਇਹ 62-63% ਦੇ ਕਰੀਬ ਸੀਗਾ। ਸੋ ਇਸ ਕਰਕੇ ਆਪਾਂ ਇਹਨੂੰ ਇੱਦਾਂ ਲਿਖ ਲਿਆ, ਲੈਸ ਦੈਨ 2/3 ਆਫ ਇਟਸ ਪੋਪੂਲੇਸ਼ਨ, ਇਟਸ ਮਤਲਬ ਕਿਹਦਾ? ਅਫਰੀਕਾ ਦੀ, ਇਜ਼ ਏਬਲ ਟੂ ਰੀਡ ਐਂਡ ਰਾਈਟ। ਸੋ 2% ਤੋਂ ਘੱਟ, ਸੌਰੀ 2/3 ਪੋਪੂਲੇਸ਼ਨ ਤੋਂ ਘੱਟ ਜਿਹੜੀ ਪੋਪੂਲੇਸ਼ਨ ਹੈ ਉਹ ਰੀਡ ਅਤੇ ਰਾਈਟ ਕਰ ਸਕਦੀ ਸੀ ਅਫਰੀਕਾ ਦੇ ਵਿੱਚ। ਸੋ ਇਹਦੇ ਨਾਲ ਫਾਇਦਾ ਕੀ ਹੁੰਦਾ ਹੈ ਕਿ ਸਾਨੂੰ ਇਹ 66 ਤੋਂ ਜਿਹੜੀ ਲੈਸ ਪੋਪੂਲੇਸ਼ਨ ਹੈ ਪਰਸੈਂਟ 2-3% ਜਿਹੜਾ ਘੱਟ ਫਰਕ ਹੈ, ਅਤੇ ਉਹ ਸਾਨੂੰ ਫਿਰ ਪਰਸੈਂਟੇਜ ਦੱਸਣ ਦੀ ਜ਼ਰੂਰਤ ਨਹੀਂ ਹੈ, ਇਹਦਾ ਫਾਇਦਾ ਇਹ ਹੋ ਜਾਏਗਾ। ਠੀਕ ਹੈ ਸਰ। ਠੀਕ ਹੈ। ਹੋਰ ਕਿਸੇ ਨੇ ਕੁਝ ਪੁੱਛਣਾ ਹੋਏ? ਸਰ ਮੀਨਸ ਕਿ ਜੇ 3/5 ਹੁੰਦੀ ਤਾਂ ਉਹ 60% ਹੋਣੀ ਸੀ ਨਾ। ਹਾਂਜੀ, ਅ 5th ਹੁੰਦਾ ਹੈ, ਇੱਕ ਹੁੰਦਾ 5, ਠੀਕ ਹੈ, ਉਹ ਇੱਦਾਂ ਹੋ ਗਿਆ 5th ਜਿਹੜਾ ਹੋਇਆ ਉਹ ਇੱਦਾਂ ਹੋ ਗਿਆ 5th। ਸੋ ਇਹ ਕਿੰਨੇ 5ths ਹੈ? ਸੋ ਫॉर एग्जांपल ਇੱਕ 5th ਹੈ ਤਾਂ 20% ਹੋ ਗਿਆ, ਇੱਕ ਹੋਰ 5th ਐਡ ਕਰ ਦਾਂਗੇ ਤਾਂ 40% ਹੋ ਜਾਏਗਾ, ਇੱਕ ਹੋਰ 5th ਐਡ ਕਰ ਦਾਂਗੇ ਤਾਂ 60% ਹੋ ਜਾਏਗਾ, ਬਿਲਕੁਲ 3/5। ਸੋ ਇਹ ਕਿੰਨਾ ਹੋ ਜਾਏਗਾ? 3/5 ਕਿੰਨਾ ਹੋ ਜਾਏਗਾ? 60। ਜਿੰਨੇ 5ths ਤੁਸੀਂ ਐਡ ਕਰੀ ਜਾਓਗੇ ਉਨੇ ਪਰਸੈਂਟੇਜ ਵੱਧਦੀ ਜਾਏਗੀ, ਠੀਕ ਹੈ। ਸੋ ਯੂ ਹੈਵ ਮੋਰ ਲਿਟਰੇਸੀ ਰੇਟ ਵੀ ਇੱਥੇ ਲਿਖ ਸਕਦੇ ਹਾਂ। Then the world average Europe with 99% citizens who know how to read and has the highest literacy rate. Similarly the literacy rate, अच्छा ਇੱਥੇ similarly ਆਪਾਂ ਕੱਟ ਕੇ ਇੱਥੇ ਕੀ ਲਿਖਿਆ ਸੀ? Likewise। ਹੋਰ ਆਪਾਂ ਚੇਂਜਸ ਕੀਤੇ ਸੀ ਆਰ ਰਗਲੀ ਦ ਸੇਮ। ਸੋ ਇੱਥੇ ਲਿਟਰੇਸੀ ਰੇਟਸ ਹੈ ਦੋਨਾਂ ਦੇ ਸੇਮ ਹੀ ਹੈ, ਐਵਰੇਜਿੰਗ ਇੰਨੀ ਤੁਸੀਂ ਲਿਟਰੇਟ ਲਿਖਵਾਇਆ। ਹਾਂਜੀ
ਸਰ ਓਵਰਆਲ ਦੇ ਵਿੱਚ ਨਾ देयर वर मोर एजुकेटेड ਉਹਦੇ ਵਿੱਚ ਤੁਸੀਂ ਲਿਟਰੇਟ ਲਿਖਿਆ ਸੀ ਮੋਰ ਲਿਟਰੇਟ ਮੈਨ ਦੈਨ ਵੂਮਨ ਓਕੇ ਠੀਕ ਹੈ, ਇਹਦੇ ਵਿੱਚ ਐਜੂਕੇਟਡ ਵੀ ਆਪਾਂ ਲਿਖ ਸਕਦੇ ਹਾਂ, ਲਿਟਰੇਟ ਵੀ ਲਿਖ ਸਕਦੇ ਹਾਂ। ਸਰ ਵਰ ਦੀ ਜਗ੍ਹਾ ਵੀ ਆਰ ਕਰਵਾਇਆ ਸੀਗਾ। ਹਾਂ ਇਹ ਇੰਪੋਰਟੈਂਟ, ਇਹ ਗਲਤ ਹੈ, ਇੱਥੇ ਵਰ ਨਹੀਂ ਆਣਾ, ਇੱਥੇ ਕੀ ਆਣਾ ਹੈ ਆਰ। ਹਾਵਰ ਦਾ ਲਿਟਰੇਸੀ ਗੈਪ ਇੱਥੇ ਵੀ ਯਾਦ ਰੱਖਣਾ, ਦ ਗੈਪ ਕੱਲਾ ਵੀ ਇੱਦਾਂ ਸਮਝ ਆਉਂਗੇ, ਬਟ ਇਟ ਵੁੱਡ ਬੀ ਬੈਟਰ ਵੀ ਸੇ ਵੀ ਰਾਈਟ ਲਿਟਰੇਸੀ ਗੈਪ ਇਜ਼, ਇੱਥੇ ਸੌਰੀ ਇੱਥੇ ਵੀ ਵਾਜ਼ ਨਹੀਂ ਆਣਾ, ਕੀ ਆਣਾ ਹੈ ਇਜ਼। ਆ ਵੀ ਸਹੀ ਹੈ, ਠੀਕ ਹੈ। ਮੇਕ ਸ਼ੋਰ ਆਪਾਂ ਕਿਤੇ ਜੇ ਪਾਸ ਲਿਖਿਆ, ਮੇਕ ਸ਼ੋਰ ਇਟ ਸ਼ੁੱਡ ਬੀ ਇਨ ਪ੍ਰੈਜ਼ੈਂਟ। ਸੋ ਹੁਣ ਤੁਸੀਂ ਕੀ ਕਰ ਸਕਦੇ ਹੋ, ਜਿਹੜੇ ਆਪਾਂ 6 ਪੁਆਇੰਟਸ ਕੰਸੀਡਰ ਕੀਤੇ ਸੀ ਸਾਰੇ, ਉਹਨੂੰ ਆਪਾਂ ਦੇਖ ਲੈਂਦੇ ਹਾਂ। ਆਈ ਥਿੰਕ ਉਹ ਸਾਰੇ ਆਪਾਂ ਕਵਰ ਕਰ ਲਏ ਸੀ ਜਿਹੜੇ ਪੁਆਇੰਟ ਸੀਗੇ। ਮੈਨ ਮੋਰ ਦੈਨ ਵੂਮਨ ਸਾਰਿਆਂ ਦੇ ਵਿੱਚ ਉਹ ਆਪਾਂ ਓਵਰਆਲ ਡਿਫਾਈਨ ਕੀਤਾ। ਲੋਐਸਟ ਦੱਸਿਆ, ਹਾਈਐਸਟ ਦੱਸਿਆ, ਅਮਰੀਕਨ, ਯੂਰਪ, ਓਸ਼ਨ ਹੈ, ਵਰਲਡ ਤੋਂ ਜ਼ਿਆਦਾ ਹੈ, ਘੱਟ ਹੈ, ਸੋ ਇਹ ਵੀ ਸਾਨੂੰ ਐਕਸਪਲੇਨ ਕਰ ਦਿੱਤਾ ਸੀ। ਅਮਰੀਕਾ ਅਤੇ ਓਸ਼ੀਆ ਦਾ ਸੇਮ ਹੈ, ਇਹ ਵੀ ਆਪਾਂ ਐਕਸਪਲੇਨ ਕਰ ਚੁੱਕੇ ਹਾਂ। ਜਿਹੜਾ ਅਮਰੀਕਾ ਅਤੇ ਓਸ਼ੀਆ ਦਾ ਵਾਲਾ ਕੰਸੈਪਟ ਹੈ ਉਹ ਉਸੇ ਪੈਰਾਗ੍ਰਾਫ 'ਚ ਦੱਸਣਾ ਹੈ, ਅਤੇ ਏਸ਼ੀਆ ਅਤੇ ਅਫਰੀਕਾ ਵਾਲਾ ਹੈ ਉਹਦੇ ਪੈਰਾਗ੍ਰਾਫ 'ਚ ਦੱਸਣਾ ਹੈ, ਠੀਕ ਹੈ। ਜਿਵੇਂ ਕਿ ਇੱਥੇ ਜਿਹੜਾ ਗੈਪ ਹੈ ਇਹਨਾਂ ਦੇ ਵਿੱਚ ਜ਼ਿਆਦਾ ਨੋਟਿਸੇਬਲ ਹੈ ਏਸ਼ੀਆ ਅਤੇ ਅਫਰੀਕਾ ਦੇ ਵਿੱਚ, ਠੀਕ ਹੈ। ਇਹ ਆਪਾਂ ਏਸ਼ੀਆ ਅਫਰੀਕਾ ਵਾਲੇ ਪੈਰਾਗ੍ਰਾਫ 'ਚ ਦੱਸਣਾ ਹੈ, ਇਹ ਵਾਲਾ ਪੁਆਇੰਟ ਇਹ ਵੀ ਮੈਂਸ਼ਨ ਕਰਤਾ, ਅਤੇ ਇਹ ਵੀ ਮੈਂਸ਼ਨ ਕਰਤਾ ਸੀ ਕਿ ਇਹ 'ਚ ਹਾਰਡਲੀ ਕੋਈ ਡਿਫਰੈਂਸ ਹੈ, ਮਤਲਬ ਕੋਈ ਡਿਫਰੈਂਸ ਹੈ ਹੀ ਨਹੀਂ। ਸਾਰੇ ਪੁਆਇੰਟਸ ਕਵਰ ਹੋ ਗਏ, ਠੀਕ ਹੈ। ਸੋ ਦਿਸ ਇਜ਼ ਯਰ ਆਂਸਰ। ਜੇ ਕੁਛ ਪੁੱਛਣਾ ਤਾਂ ਪੁੱਛ ਸਕਦੇ ਹਾਂ। ਓਵਰਆਲ ਦੀ ਜਗ੍ਹਾ ਤੁਸੀਂ ਦੂਸਰਾ ਵਰਡ ਕਿਹੜਾ ਦੱਸਿਆ? ਇਨ ਜਨਰਲ। ਪਰ ਇੱਕ ਹੋਰ ਸੀ। ਹਾਂਜੀ, all in all ਵੀ ਲਿਖ ਲੈਂਦੇ ਕਿ ਸਟੂਡੈਂਟਸ, all in all, in general, to summarize ਇੱਦਾਂ ਵੀ ਲਿਖ ਸਕਦੇ ਹਾਂ, in summary, ਠੀਕ ਹੈ। ਸੋ in summary, to summarize, in general, overall, ਠੀਕ ਹੈ। ਹੋਰ ਕੋਈ ਕੁਐਸਚਨ ਪੁੱਛੋ, ਠੀਕ ਹੈ। ਸੋ ਲੀਵ ਕਰੀਏ ਫਿਰ ਹੁਣ, ਜੇ ਪੁੱਛੋ, ਜੇ ਕੁਛ ਪੁੱਛਣਾ ਤਾਂ ਪੁੱਛ ਸਕਦੇ ਹੋ, ਨਹੀਂ ਤਾਂ ਫਿਰ ਆਪਾਂ ਲੀਵ ਕਰਦੇ ਹਾਂ ਕਲਾਸ। ਚਲਿਏ ਫਿਰ, ਓਕੇ ਥੈਂਕ ਯੂ ਸਰ, ਗੁੱਡ ਓਕੇ, ਇਵਨਿੰਗ। ਗੁੱਡ ਇਵਨਿੰਗ, ਗੁੱਡ Thank you, ਇਵਨਿੰਗ, sir. Good evening, sir. ਥੈਂਕ ਯੂ ਸਰ। ਓਕੇ, ਗੁੱਡ ਇਵਨਿੰਗ।